ਵੈਲਕਮ ਬੈਕ ਟੂ ਆਲ ਮਾਈ ਵਿਊਵਰਸ। ਅੱਜ ਦਾ ਜਿਹੜਾ ਸੈਸ਼ਨ ਹੈ ਹੋਰ ਵੀ ਜ਼ਿਆਦਾ ਇੰਟਰਸਟਿੰਗ ਆ ਤੁਹਾਡੇ ਲਈ, ਅਤੇ ਇੱਕ ਬਹੁਤ ਇੰਪੋਰਟੈਂਟ ਸੈਸ਼ਨ ਤੁਹਾਡੇ ਲਈ ਲੈ ਕੇ ਆਇਆ ਹਾਂ ਜਿਹਦੇ ਵਿੱਚ ਹੈ ਇੰਡੀਆ ਐਂਡ ਇੰਟਰੋਡਕਸ਼ਨ, ਐਕਸਪੈਕਟਡ ਸ਼ਾਰਟ ਕੁਐਸਚਨ ਜਾਂ ਲੌਂਗ ਕੁਐਸਚਨ ਆਨਸਰ ਜਿਹੜੇ ਕਿ 10th ਕਲਾਸ ਦੇ ਵਿੱਚ ਆ ਰਹੇ ਨੇ, ਜਿਹੜੇ ਕਿ SST ਦੇ ਵਿੱਚ, ਅਤੇ 100% ਮਾਰਕਸ ਅਚੀਵ ਕਰਨ ਦੇ ਲਈ ਤਾਂ ਤੁਸੀਂ ਸਾਡੇ YouTube ਚੈਨਲ ਦੇ ਨਾਲ ਜੁੜੇ ਰਹਿਣਾ ਵਾ, ਅਤੇ ਬੋਰ ਰੈਪਟੇਸ਼ਨ ਦੇ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਵਾ। ਬਹੁਤ ਬੱਚਿਆਂ ਦੀ ਇਹ ਡਿਮਾਂਡ ਸੀ ਵੀ ਸਰ ਸਾਨੂੰ ਨਾ ਲੌਂਗ ਕੁਐਸਚਨ ਆਨਸਰ ਜਿਹੜੇ ਕਿ ਐਕਸਪੈਕਟਡ ਨੇ ਜਾਂ ਬਹੁਤ ਵਾਰ ਬੋਰਡ ਦੇ ਵਿੱਚ ਰਿਪੀਟ ਹੋਏ ਨੇ ਉਹਨਾਂ ਦੇ ਪਲੀਜ਼ ਡਿਸਕ੍ਰਿਪਸ਼ਨ ਦਿਓ, ਤਾਂ ਹੁਣ ਉਹਦੀ ਡਿਸਕ੍ਰਿਪਸ਼ਨ ਵੀ ਲੈ ਕੇ ਆਇਆ ਵਾਂ। ਅਤੇ ਜਿਹੜੇ ਲੌਂਗ ਕੁਐਸਚਨ ਆਨਸਰ ਨੇ ਉਹ ਮੈਂ ਤੁਹਾਨੂੰ ਦੱਸੀ ਨੇ, ਤੁਸੀਂ ਉਹਨਾਂ ਨੂੰ ਰੀਡ ਕਰ ਸਕਦੇ। ਜੇਕਰ ਉਹਦੇ ਵਿੱਚ ਵੀ ਪ੍ਰੋਬਲਮ ਆਈ ਤਾਂ ਉਹਨੂੰ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਉਹ ਵੀ ਸਮਝਾ ਦੂੰਗਾ। ਅਤੇ ਮੈਂ ਸ਼ਾਰਟ ਕੁਐਸਚਨ ਆਨਸਰ ਲੈ ਕੇ ਆਇਆ ਵਾਂ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਵਾ। ਸਟਾਰਟ ਕਰਦੇ ਦੇਖੋ ਸੈਸ਼ਨ ਨੂੰ। ਸਭ ਤੋਂ ਪਹਿਲਾਂ ਹੈਗਾ ਇੰਪੋਰਟੈਂਟ ਐਂਡ ਰਿਪੀਟਡ ਕੁਐਸਚਨ ਆਨਸਰਸ ਇਨ ਦੀਆਂ ਬੋਰਡ ਐਗਜ਼ਾਮ। ਇਹ ਬੋਰਡ ਐਗਜ਼ਾਮ ਦੇ ਵਿੱਚ ਬਹੁਤ ਵਾਰ ਰਿਪੀਟ ਹੋਏ ਕੁਐਸਚਨਸ ਨੇ ਜਿਨ੍ਹਾਂ ਨੂੰ ਮੈਂ ਇੱਥੇ ਲੈ ਕੇ ਆਇਆ ਵਾਂ। ਦੇਖੋ ਹੁਣ ਸਟਾਰਟ ਕਰਦੇ ਹਾਂ ਪਹਿਲੇ ਨੂੰ। ਇਜ਼ ਇੰਡੀਆ ਇਜ਼ ਅ ਸਬ ਕੰਟੀਨੈਂਟ ਔਰ ਵਟ ਇਜ਼ ਦੀ ਅ ਸਬ ਕੰਟੀਨੈਂਟ। ਜਾਂ ਫਿਰ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਵੀ ਇੰਡੀਆ ਸਬ ਕੰਟੀਨੈਂਟ ਆ ਜਾਂ ਫਿਰ ਸਬ ਕੰਟੀਨੈਂਟ ਦਾ ਮਤਲਬ ਕੀ ਹੁੰਦਾ ਵਾ। ਦੇਖੋ ਇੰਡੀਆ ਇਜ਼ ਕਾਲਡ ਟੂ ਦੀ ਸਬ ਕੰਟੀਨੈਂਟ। ਇੰਡੀਆ ਨੂੰ ਜਿਹੜਾ ਸਬ ਕੰਟੀਨੈਂਟ ਕਿਹਾ ਜਾਂਦਾ ਵਾ ਔਨ ਦੀ ਬੇਸਿਸ ਆਫ ਦੇਅਰ ਸਾਈਜ਼ ਐਂਡ ਲੋਕੇਸ਼ਨ, ਵੀ ਉਹਦਾ ਸਾਈਜ਼ ਇੱਕ ਬਹੁਤ ਵੱਡਾ ਵਾ, ਦੂਜਾ ਕੀ ਹੈ ਲੋਕੇਸ਼ਨ ਇਹਦੀ ਉਸ ਅਕੋਰਡਿੰਗ, ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ ਸਬ ਕੰਟੀਨੈਂਟ ਕਿਹਾ ਜਾਂਦਾ ਵਾ। ਪਹਿਲਾ ਦੇਖੋ ਪੁਆਇੰਟ ਕੀ ਆ, ਫਿਜ਼ੀਕਲ ਫੀਚਰਸ ਆਫ ਦੀ ਸੈਪਰੇਟ ਟੂ ਦੀ ਐਡਜੋਇਨਿੰਗ ਏਰੀਆਜ਼, ਵੀ ਜਿਹੜਾ ਉਹਦਾ ਫਿਜ਼ੀਕਲ ਫੀਚਰ ਆ ਜਾਣੀ ਕਿ ਉਹ ਜਿਹੜਾ ਇੰਡੀਆ ਦਾ ਵਾ ਸਟਰਕਚਰ ਆ, ਠੀਕ ਆ, ਉਹਦੀ ਧਰਾਤਲ ਜਾਂ ਤੁਸੀਂ ਕਹਿ ਸਕਦੇ ਹੋ ਵੀ ਉਹਦਾ ਲੈਂਡ ਏਰੀਆ, ਉਹਦਾ ਵਾਟਰ ਏਰੀਆਜ਼ ਦੇ ਨਾਲ ਅਟੈਚਮੈਂਟ, ਉਹਦੀਆਂ ਬਾਊਂਡਰੀਜ਼ ਅਤੇ ਉਹਦਾ ਏਰੀਏ ਦੇ ਅਕੋਰਡਿੰਗ, ਤਾਂ ਇਸ ਕਰਕੇ ਇਹਨੂੰ ਕੀ ਕੀਤਾ ਜਾਂਦਾ ਦੂਸਰੇ ਜਿਹੜੇ ਦੇਸ਼ ਨੇ ਉਹਨਾਂ ਤੋਂ ਅਲੱਗ ਕੀਤਾ ਜਾਂਦਾ ਵਾ, ਅਤੇ ਇਹ ਅਲੱਗ ਤੋਂ ਆਪਣਾ ਏਰੀਆ ਬਣਾਉਂਦਾ ਵਾ। ਉਸ ਤੋਂ ਬਾਅਦ ਹੈ ਇੰਡੀਆ ਨਾਰਥ ਆਫ ਟੂ ਦੀ ਟਰਾਂਸ ਹਿਮਾਲਿਆ ਰੇਂਜ ਆਫ ਦੀ ਆ ਅਲਹਿਲ, ਮੁਤਾਜੰਗ, ਕੁੰਗਲਨ, ਕਾਰਾਕੋਰਮ, ਹਿੰਦੂ ਕੁਸ਼ ਸੈਪਰੇਟ ਫਰੋਮ ਟੂ ਦੀ ਆ ਨਾਰਥ ਵੈਸਟ ਆਫ ਦੀ ਏਸ਼ੀਆ। ਨਾਰਥ ਵੈਸਟ ਏਸ਼ੀਆ ਤੋਂ ਜਿਹੜਾ ਸਾਡਾ ਟਰਾਂਸ ਹਿਮਾਲਿਆ ਵਾ, ਜਾਣੀ ਕਿ ਹਿਮਾਲਿਆ ਦੀ ਜਿਹੜਾ ਇੱਕ ਘਾਟੀਆਂ ਦੇ ਵਿੱਚ ਵੰਡਿਆ ਹੋਇਆ ਤੁਹਾਨੂੰ ਪਤਾ ਹੀ ਹੈ, ਇੱਕ ਗ੍ਰੇਟ ਹਿਮਾਲਿਆ, ਟਰਾਂਸ ਹਿਮਾਲਿਆ, ਮਿਡ ਹਿਮਾਲਿਆ। ਤਾਂ ਜਿਹੜਾ ਟਰਾਂਸ ਹਿਮਾਲਿਆ ਵਾ ਉਹ ਸਾਡਾ ਨਾਰਥ ਇੰਡੀਆ ਨੂੰ ਜਿਹੜਾ ਵਾ ਜਾਂ ਫਿਰ ਨਾਰਥ ਪਾਰਟ ਜਿਹੜਾ ਵਾ ਇੰਡੀਆ ਦਾ ਉਹਨੂੰ ਅਲੱਗ ਕਰਦਾ ਵਾ ਨਾਰਥ ਵੈਸਟ ਏਸ਼ੀਆ ਤੋਂ। ਉਸ ਤੋਂ ਬਾਅਦ ਹੈ ਪਾਲਕ ਸਟ੍ਰੀਟਸ, ਗੋਲਫ ਆਫ ਮਿਨਾਰ ਸੈਪਰੇਟ ਟੂ ਦੀ ਆ ਸ਼੍ਰੀਲੰਕਾ ਵਿਦ ਦੀ ਆ ਸਾਊਥ। ਵੀ ਹੁਣ ਜਿਹੜਾ ਪਾਲਕ ਸਟ੍ਰੀਟਸ ਆ, ਪਾਲਕ ਸਟ੍ਰੀਟਸ, ਅਤੇ ਉਸ ਤੋਂ ਬਾਅਦ ਕੀ ਆ ਗੋਲਫ ਜਿਹੜਾ ਮੀਨਾਰ ਆ, ਅਤੇ ਇਹ ਸਾਨੂੰ ਅਲੱਗ ਕਰਦਾ ਵਾ ਕੀ ਤੋਂ, ਸਾਊਥ ਦੇ ਵਿੱਚੋਂ ਸ਼੍ਰੀਲੰਕਾ ਤੋਂ। ਅਤੇ ਇਸੇ ਤਰੀਕੇ ਨਾਲ ਅਰੀਕਨ ਸੈਪਰੇਟ ਟੂ ਦੀ ਆ ਵਰਮਾ, ਮਿਆਂਮਾਰ, ਇੰਡੀਆ ਈਸਟ ਦੇ ਵਿੱਚ ਸਾਨੂੰ ਮਿਆਂਮਾਰ ਤੋਂ ਵੀ ਅਲੱਗ ਕੀਤਾ ਜਾਂਦਾ ਵਾ। ਤਾਂ ਕਰਕੇ ਜਿਹੜਾ ਇੰਡੀਆ ਵਾ ਉਹ ਅਲੱਗ ਤੋਂ ਹੀ ਇੱਕ ਕੰਟੀਨੈਂਟ ਦੀ ਤਰੀਕੇ ਨਾਲ ਵਰਤਣ ਲੱਗ ਜਾਂਦਾ ਵਾ। ਹੁਣ ਜਾਣੀ ਕਿ ਕੰਟੀਨੈਂਟ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਦੂਸਰੀ ਚੀਜ਼ਾਂ ਤੋਂ ਅਲੱਗ ਹੁੰਦਾ ਵਾ, ਜਿਵੇਂ ਸਾਡਾ ਏਸ਼ੀਆ ਵਾ ਉਹ ਦੂਸਰੀ ਆ ਜਿਹੜੀਆਂ ਕੰਟੀਨੈਂਟਸ ਨੇ ਉਹਨਾਂ ਤੋਂ ਅਲੱਗ ਹੁੰਦਾ ਵਾ। ਤਾਂ ਇਸੇ ਤਰੀਕੇ ਨਾਲ ਜਿਹੜਾ ਇੰਡੀਆ ਵਾ ਉਹ ਵੀ ਕਈ ਦੇਸ਼ਾਂ ਤੋਂ ਆਪਣੀ ਡਿਫਰੈਂਟ ਇੱਕ ਉਹਦੀ ਲੋਕੇਸ਼ਨ, ਇੱਕ ਉਹਦੇ ਜਿਹੜੀ ਡਿਸਟਰੀਬਿਊਸ਼ਨ ਆ ਉਹ ਤੋਂ ਅਲੱਗ ਹੋਣ ਕਰਕੇ ਇਹਨੂੰ ਇੱਕ ਸਬ ਕੰਟੀਨੈਂਟ ਦਾ ਨਾਮ ਦਿੱਤਾ ਗਿਆ ਵਾ। ਉਸ ਤੋਂ ਬਾਅਦ ਆ ਦੇਖੋ ਮੈਂ ਤੁਹਾਨੂੰ ਇੱਕ ਇਹਦੀ ਜਿਹੜੀ ਪੂਰੀ ਡਿਸਕ੍ਰਿਪਸ਼ਨ ਆ ਉਹ ਦਿਖਾ ਰਿਹਾ ਵਾ। ਇੱਥੇ ਆਏਗਾ ਪਾਲਕ ਸਟ੍ਰੀਟਸ, ਠੀਕ ਹੈ ਜੀ, ਆ ਰਹਿ ਰਿਹਾ ਸਾਊਥ ਦੇ ਵਿੱਚ ਜਿਹੜਾ ਕਿ ਸ਼੍ਰੀਲੰਕਾ ਤੋਂ ਅਲੱਗ ਕਰੇਗਾ। ਇਸ ਤੋਂ ਬਾਅਦ ਮਿਆਂਮਾਰ ਜਾਂ ਭੂਟਾਨ ਤੋਂ ਜਿਹੜਾ ਵਾ ਸਾਨੂੰ ਉੱਥੋਂ ਅਲੱਗ ਹੋਏਗਾ। ਇੱਥੇ ਟਰਾਂਸ ਹਿਮਾਲਿਆ ਵਾ ਜਿਹੜਾ ਕਿ ਸਾਨੂੰ ਬਾਕੀ ਜਿਹੜੇ ਨੇਪਾਲ ਇਹੋ ਜਿਹੇ ਦੇਸ਼ ਨੇ ਉਹਨਾਂ ਤੋਂ ਅਲੱਗ ਕਰ ਦਿੰਦਾ ਵਾ। ਤਾਂ ਕਰਕੇ ਇੰਡੀਆ ਜਿਹੜਾ ਵਾ ਇੱਕ ਸੈਪਰੇਟ ਦੇਸ਼ ਬਣ ਜਾਂਦਾ। ਇੱਧਰ ਤੁਹਾਨੂੰ ਪਤਾ ਹੀ ਆ ਅਰਬਨ ਸੀ ਆ ਅਤੇ ਵੇ ਆਫ ਬੰਗਾਲ ਆ, ਅਤੇ ਇਹ ਅਲੱਗ ਤਾਂ ਕਰਦਾ ਹੀ ਆ। ਤਾਂ ਇਸ ਕਰਕੇ ਜਿਹੜਾ ਇੰਡੀਆ ਵਾ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਸਬ ਕੰਟੀਨੈਂਟ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਦੇਖੋ ਕੀ ਆ, ਵਟ ਇਜ਼ ਦੀ ਆ ਸਨ ਰਾਈਜ਼ਿੰਗ ਆਫ ਟੂ ਦੀ ਅਰੁਣਾਚਲ ਪ੍ਰਦੇਸ਼, ਦੇਅਰ ਇਜ਼ ਅ ਸਟਿਲ ਗੁਜਰਾਤ ਨਾਈਟ ਇਨ ਦੀ ਗੁਜਰਾਤ ਐਕਸਪਲੇਨ। ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਅਰੁਣਾਚਲ ਪ੍ਰਦੇਸ਼ ਆ ਉਹ ਇੰਡੀਆ ਦੇ ਕਿੱਧਰਲੀ ਸਾਈਡ ਆ, ਈਸਟ ਸਾਈਡ ਆ, ਹੈ ਨਾ। ਈਸਟ ਸਾਈਡ ਹੋਣ ਕਰਕੇ ਵੀ ਇੱਥੇ ਕੀ ਹੁੰਦਾ ਵਾ, ਸੂਰਜ ਜਿਹੜਾ ਵਾ ਥੋੜ੍ਹਾ ਜਿਹਾ ਟਾਈਮ ਪਹਿਲਾਂ ਚੜ੍ਹ ਜਾਂਦਾ ਵਾ, ਅਤੇ ਗੁਜਰਾਤ ਜਿਹੜਾ ਵਾ ਉਹ ਕਿੱਧਰਲੀ ਸਾਈਡ ਆ, ਵੈਸਟ ਸਾਈਡ ਆ, ਪੱਛਮ ਸਾਈਡ ਆ। ਤਾਂ ਕਰਕੇ ਇੱਥੇ ਹਲੇ ਸੂਰਜ ਦੀ ਰੋਸ਼ਨੀ ਨਹੀਂ ਪਾਉਂਦੀਆਂ ਹੋਈਆਂ। ਤਾਂ ਇਹਨੂੰ ਐਕਸਪਲੇਨ ਕਰਦੇ ਹਾਂ ਸਾਇੰਟੀਫਿਕ ਰੀਜ਼ਨ ਕਰਕੇ। ਹੁਣ ਦੇਖੋ ਇੰਡੀਆ ਜਿਹੜਾ ਵਾ ਉਹ ਸਬ ਕੰਟੀਨੈਂਟ ਆ, ਇਹ ਐਕਸਟੈਂਡ ਹੋਇਆ ਵਾ 8 ਡਿਗਰੀ 4 ਇੰਚਜ਼ ਨਾਰਥ ਟੂ 37 ਡਿਗਰੀ 6 ਇੰਚਜ਼ ਨਾਰਥ ਲੈਟੀਟਿਊਡਸ, ਅਤੇ 68 ਡਿਗਰੀ 7 ਟੂ ਈਸਟ, ਅਤੇ 97 ਡਿਗਰੀ 25 ਇੰਚਜ਼ ਈਸਟ ਲੌਗਨੀਟਿਊਡ। ਹੁਣ ਮੈਂ ਤੁਹਾਨੂੰ ਇਹ ਚੀਜ਼ ਸ਼ੋਅ ਕਰਦਾ, ਦੇਖੋ ਆਹ ਚੀਜ਼ ਸ਼ੋਅ ਹੋ ਰਹੀ ਹੈ, ਆਹ ਦਿਖਾ ਰਿਹਾ ਲੌਗਨੀਟਿਊਡ, ਠੀਕ ਹੈ। ਆਹ ਲੌਗਨੀਟਿਊਡ ਲਾਈਨ ਨਿਕਲਦੀ ਆ ਸੀਗੀ, ਠੀਕ ਹੈ। ਤਾਂ ਇਹ ਲਾਈਨ ਇਹਨੂੰ ਅਲੱਗ ਕਰਦੀ ਆ। ਆ ਪਿਆ ਜੀ ਅਰੁਣਾਚਲ ਪ੍ਰਦੇਸ਼, ਅਤੇ ਇੱਥੇ ਹੈਗਾ ਸਾਡਾ ਗੁਜਰਾਤ, ਠੀਕ ਹੈ ਜੀ। ਇੱਕ ਆ ਲਾਈਨ ਦੇ ਕਰਕੇ ਜਿਹੜਾ ਸਾਡਾ ਡਿਫਰੈਂਸ ਆ, ਟਾਈਮ ਡਿਫਰੈਂਸ ਆ, ਉਹ ਜ਼ਿਆਦਾ ਵਧਣ ਲੱਗ ਜਾਂਦਾ ਵਾ, ਜਿਹਦੇ ਕਰਕੇ ਇਹ ਕੀ ਆ ਕੇਸ ਹੋਣ ਲੱਗ ਜਾਂਦੇ। ਜਿਵੇਂ ਮੈਂ ਦੱਸਿਆ ਟੌਪਿਕ ਆਫ ਕੈਂਸਰ ਪਾਸ ਥਰੂ ਟੂ ਦੀ ਸੈਂਟਰ ਆਫ ਦੀ ਸਟੇਟ ਕੰਟਰੀ। ਹੁਣ ਜਿਹੜੀ ਸਾਡੇ ਟੌਪਿਕ ਆਫ ਕੈਂਸਰ ਆ ਉਹ ਇੱਦਾਂ ਨਿਕਲਦੀ ਹੈ, ਇੱਥੋਂ ਮੱਧ ਪ੍ਰਦੇਸ਼ ਦੇ ਵਿੱਚੋਂ ਦੀ ਇੱਦਾਂ ਨਿਕਲ ਜਾਂਦੀ ਹੈ। ਦੈਨ ਸਾਡੇ ਕੋਲ ਹੈ
ਉਸ ਤੋਂ ਬਾਅਦ ਦੀ ਏਰੀਆ ਆਫ ਦੀ ਨਾਰਥ ਏਰੀਆ ਇਜ਼ ਟਵਾਈਸ ਦੈਨ ਟੂ ਦੀ ਨਾਰਥਰਨ ਪਾਰਟ। ਹੁਣ ਜਿਹੜਾ ਸਾਡਾ ਨਾਰਥ ਪਾਰਟ ਏਰੀਆ ਵਾ, ਇੰਨਾ ਸਾਰਾ ਨਾਰਥ ਪਾਰਟ ਏਰੀਆ ਵਾ, ਇਹ ਉਦੋਂ ਦੁੱਗਣਾ ਵਾ ਕਿੰਨੇ ਤੋਂ, ਈਸਟ ਏਰੀਆ ਤੋਂ ਜ਼ਿਆਦਾ ਵੱਡਾ ਵਾ ਇਹ। ਫਿਰ ਉਸ ਤੋਂ ਬਾਅਦ ਦੱਸਿਆ ਗਿਆ ਇੰਡੀਆ ਨਾਰਥ ਦੇਅਰ ਵਾਜ਼ ਐਕਸਟੈਂਸ਼ਨ ਟੂ ਦੀ 3214 ਕਿਲੋਮੀਟਰ ਫਰੋਮ ਕਸ਼ਮੀਰ ਟੂ ਕੰਨਿਆਕੁਮਾਰੀ। ਹੁਣ ਆਹ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਲਾਸਟ ਤੱਕ ਜਿਹੜੀ ਇੰਡੀਆ ਦੀ ਲੈਂਥ ਆ ਉਹ ਕਿੰਨੀ ਆ, 3214 ਕਿਲੋਮੀਟਰ। ਦੈਨ ਉਸ ਤੋਂ ਬਾਅਦ ਉਹਨੇ ਦੱਸਿਆ ਗਿਆ ਵਾ, ਅਤੇ ਇੱਥੋਂ ਈਸਟ ਵੈਸਟ ਤੋਂ ਐਕਸਟੈਂਸ਼ਨ ਹੁੰਦੀ ਹੈ ਇਹ 29 to 33 ਕਿਲੋਮੀਟਰ। ਹੁਣ ਜਿਹੜਾ ਜੇਕਰ ਅਸੀਂ ਇੱਧਰ ਨੂੰ ਦੇਖੀਏ ਵੈਸਟ ਟੂ ਈਸਟ, ਠੀਕ ਹੈ ਜੀ, ਇੱਥੋਂ ਦੀ ਜਿਹੜੀ ਐਕਸਟੈਂਸ਼ਨ ਆ ਉਹ 29 33 ਇੰਨੇ ਕਿਲੋਮੀਟਰ ਜਿਹੜੀ ਇਹਦੀ ਐਕਸਟੈਂਸ਼ਨ ਆ। ਤਾਂ ਕਰਕੇ ਇਹਦੇ ਵਿੱਚ ਕੀ ਆ, ਜਿਹੜਾ ਡਿਫਰੈਂਸ ਮਿਲਦਾ ਵਾ ਉਹਨਾਂ ਦੀਆਂ ਲੈਂਥਾਂ ਦੇ ਵਿੱਚ ਵੀ। ਦੈਨ ਫਿਰ ਫਰੋਮ ਅਰੁਣਾਚਲ ਪ੍ਰਦੇਸ਼ ਫਰੋਮ ਟੂ ਦੀ ਰਾਣੀ ਕੱਛ, ਇਹ ਦੱਸਿਆ ਗਿਆ ਵਾ ਵੀ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਰਾਣੀ ਆਫ ਕੱਛ ਜਾਣੀ ਕਿ ਗੁਜਰਾਤ ਦੇ ਵਿੱਚ ਆ, ਇੱਥੋਂ ਤੋਂ ਲੈ ਕੇ ਇਹਦੇ ਵਿੱਚ ਕਿੰਨੀ ਆ 2933 ਕਿਲੋਮੀਟਰ ਦੀ ਜਿਹੜਾ ਵਾ ਡਿਸਟੈਂਸ ਆ। ਅਤੇ ਇਟ ਇਜ਼ ਇਫੈਕਟ ਵੈਨ ਦੀ ਸਨ ਰਾਈਜ਼ਿੰਗ ਇਨ ਟੂ ਦੀ ਅਰੁਣਾਚਲ ਪ੍ਰਦੇਸ਼ ਐਂਡ ਇਜ਼ ਦ ਲਾਸਟ ਕੁਆਟਰ ਆਫ ਦੀ ਨਾਈਟ ਇਨ ਦੀ ਗੁਜਰਾਤ। ਤਾਂ ਕਰਕੇ ਕੀ ਹੁੰਦਾ ਵਾ ਵੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹਲੇ ਸਨ ਰਾਈਜ਼ ਕਰ ਰਿਹਾ ਹੁੰਦਾ ਵਾ, ਪਰ ਜਿਹੜਾ ਗੁਜਰਾਤ ਆ, ਗੁਜਰਾਤ ਦੇ ਵਿੱਚ ਹਲੇ ਲਾਸਟ ਪੇਅਰ ਚੱਲ ਰਿਹਾ ਹੁੰਦਾ ਜਾਂ ਲਾਸਟ ਫੇਸ ਚੱਲ ਰਿਹਾ ਹੁੰਦਾ ਵਾ, ਫੇਸ ਆਫ ਨਾਈਟ, ਵੀ ਉੱਥੇ ਹਲੇ ਰਾਤ ਹੀ ਹੁੰਦੀ ਆ। ਇਹ ਰੀਜ਼ਨ ਸੀਗੇ ਜਿਹਦੇ ਕਰਕੇ ਕੀ ਆ ਵੀ ਜਿਹੜਾ ਅਰੁਣਾਚਲ ਪ੍ਰਦੇਸ਼ ਆ ਉੱਥੇ ਸੂਰਜ ਨਿਕਲ ਜਾਂਦਾ, ਬਟ ਗੁਜਰਾਤ ਦੇ ਵਿੱਚ ਹਲੇ ਸੂਰਜ ਨਹੀਂ ਨਿਕਲਿਆ ਹੁੰਦਾ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਪਲੇਸ ਅਮੰਗਸ ਆਫ ਦੀ ਇੰਡੀਆ ਸਾਰਕ ਕੰਟਰੀਜ਼। ਹੁਣ ਜਿਹੜੀਆਂ ਸਾਰਕ ਕੰਟਰੀਆਂ ਸੀਗੀਆਂ ਇੰਡੀਆ ਦੇ ਵਿੱਚ ਉਹਦੀ ਕੀ ਪਲੇਸ ਬਣਦੀ ਆ, ਦੇਖੋ ਇੰਡੀਆ ਇਜ਼ ਅ ਇੰਪੋਰਟੈਂਟ ਪਲੇਸ ਇਨ ਦੀ ਸਾਰਕ। ਹੁਣ ਇਹ ਸਾਰਕ ਜਿਹੜੀ ਇੱਕ ਇੰਸਟੀਟਿਊਟ ਆ ਜਿਹਦਾ ਨਾਮ ਦੇਖਿਆ ਗਿਆ ਵਾ, ਦੇਖੋ ਤੁਹਾਨੂੰ ਦਿਖ ਰਿਹਾ ਵਾ, ਆਹ ਸੀਗਾ ਸਾਰਕ ਦਾ ਫੁੱਲ ਨੇਮ, ਇਹ ਵੀ ਯਾਦ ਰੱਖਣਾ ਵਾ, ਸਾਊਥ ਏਸ਼ੀਆ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ। ਵੀ ਇਹ ਕੀ ਹੈ, ਇੱਕ ਰੀਜਨਲ ਕੋਆਪਰੇਸ਼ਨ ਬਣਾਈ ਗਈ ਆ ਜਿਹਦੇ ਵਿੱਚ 8 ਕੰਟਰੀਆਂ ਆਉਂਦੀਆਂ ਨੇ, ਆ ਲਿਖੀਆਂ ਗਈਆਂ, ਦੇਖੋ ਕਿਹੜੀਆਂ ਕਿਹੜੀਆਂ ਨੇ। ਪਹਿਲੀ ਹੈਗੀ ਆ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ। ਦੁਬਾਰਾ ਰਿਪੀਟ ਕਰਦਾ, ਅਫਗਾਨਿਸਤਾਨ, ਇਹ ਯਾਦ ਰੱਖਣਾ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼, ਸ਼੍ਰੀਲੰਕਾ ਸੌਰੀ। ਇਹ ਜਿਹੜੇ ਇੰਡੀਆ ਦੇ ਸਾਰਕ ਜਿਹੜਾ ਵਾ ਇੱਕ ਕਮੇਟੀ ਬਣਾਈ ਗਈ ਆ ਏਸ਼ੀਆ ਦੇ ਵਿੱਚ, ਅਤੇ ਇੰਡੀਆ ਇਹਦੇ ਵਿੱਚ ਆਕੂਪਾਈ ਇਹਦਾ ਸੈਂਟਰਲ ਪੋਜੀਸ਼ਨ। ਇੰਡੀਆ ਦੀ ਇੱਕ ਸੈਂਟਰਲ ਪੋਜੀਸ਼ਨ ਆ ਇੰਡੀਅਨ ਓਸ਼ਨ ਦੇ ਵਿੱਚ, ਯਾਨੀ ਕਿ ਉਹ ਹੈੱਡ ਦੇ ਵਿੱਚ, ਉਹ ਸੈਂਟਰ ਦੇ ਵਿੱਚ ਬੈਠਾ ਵਾ ਇੰਡੀਅਨ ਓਸ਼ਨ ਦੇ ਵਿੱਚ। ਡਿਊ ਟੂ ਦਿਸ ਲੋਕੇਸ਼ਨ ਵੀ ਇੰਡੀਆ ਜਿਹੜੀ ਆ ਉਹ ਹੈਲਪ ਕੀਤਾ ਉਹਨੇ ਸ਼੍ਰੀਲੰਕਾ ਕਬਜ਼ ਆਫ ਦੀ ਟੈਰਰਿਸਟ ਐਂਡ ਡਿਕੋਟਿੰਗ ਦੀ ਮਾਲਦੀਵ, ਅਤੇ ਉਹ ਇੰਡੀਆ ਨੇ ਹੈਲਪ ਕੀਤੀ ਸ਼੍ਰੀਲੰਕਾ ਨੂੰ ਵੀ ਤਾਂ ਜੋ ਕੀ ਆ ਉਹ ਟੈਰਰਿਸਟ ਤੋਂ ਬਾਹਰ ਕੱਢ ਸਕੇ, ਅਤੇ ਮਾਲਦੀਵ ਨੂੰ ਵੀ ਆਜ਼ਾਦ ਕਰਾਉਣ ਦੇ ਵਿੱਚ ਹੈਲਪ ਕੀਤੀ। ਸੀ ਡਿਕਾਟਸ ਇਹਦਾ ਮਤਲਬ ਹੁੰਦਾ ਸਮੁੰਦਰੀ ਲੁਟੇਰੇ, ਠੀਕ ਆ। ਵਰ ਆਰ ਗ੍ਰੇਟ ਪ੍ਰੋਬਲਮ ਇਨ ਦੀ ਮਾਲਦੀਵ, ਇਹ ਮਾਲਦੀਵ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਸੀਗੀ। ਤਾਂ ਇੰਡੀਅਨ ਨੇਵੀ ਇਜ਼ ਐਸਟੈਬਲਿਸ਼ ਦੀ ਪੀਸ ਤੇ, ਅਤੇ ਇੰਡੀਅਨ ਨੇਵੀ ਨੇ ਉਹਦੀ ਹੈਲਪ ਕੀਤੀ ਤਾਂ ਜੋ ਕਿ ਉੱਥੇ ਪੀਸ ਕ੍ਰੀਏਟ ਕੀਤੀ ਜਾ ਸਕੇ, ਸ਼ਾਂਤੀ ਕ੍ਰੀਏਟ ਕੀਤੀ ਜਾ ਸਕੇ। ਫਿਰ ਉਸ ਤੋਂ ਬਾਅਦ ਹੈ ਆਲ ਦੀਜ਼ ਫੈਕਟਸ ਦੀ ਸ਼ੋਅ ਦੀ ਇੰਡੀਆ ਇਜ਼ ਅ ਇੰਪੋਰਟੈਂਟ ਸਟ੍ਰੈਟੇਜਿਕ ਪਲੇਸ ਇਨ ਦੀਆਂ ਸਾਰਕ ਕੰਟਰੀਜ਼। ਇਸ ਕਰਕੇ ਇੰਡੀਆ ਨੇ ਇਹ ਚੀਜ਼ ਸ਼ੋਅ ਕੀਤੀ ਗਈ ਆ ਵੀ ਇੰਡੀਆ ਕੀ ਆ ਸਾਰਕ ਸੰਮੇਲਨ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਲੇਸ ਆ ਨਾਲ ਦੀਆਂ ਕੰਟਰੀਆਂ ਦੇ ਵੀ, ਅਤੇ ਉਹਨਾਂ ਦੀ ਹੈਲਪ ਕਰਨ ਦੇ ਵਿੱਚ। ਆਹ ਦਿਖਾਇਆ ਗਿਆ ਨੇ, ਤੁਸੀਂ ਦੇਖ ਵੀ ਸਕਦੇ ਹੋ ਇਹਦੀਆਂ ਜਿਹੜੀਆਂ ਮੇਨ ਕੰਟਰੀਜ਼ ਨੇ, 8 ਕੰਟਰੀਜ਼ ਨੇ, ਦੇਖੋ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ। ਇਹ ਯਾਦ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਯਾਦ ਰੱਖਣੀਆਂ ਨੇ ਵੀ 8 ਕੰਟਰੀਜ਼ ਨੇ ਜਿਹੜੀਆਂ ਕਿ ਸਾਰਕ ਸੰਮੇਲਨ ਵਿੱਚ ਮਿਲਦੀਆਂ ਨੇ, ਅਤੇ ਈਵਨ ਇਹ ਇੱਕ ਦੂਸਰੇ ਦੀ ਕੋਆਪਰੇਸ਼ਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਇੱਕ ਜਾਣੀ ਕਿ ਵਚਨਬੱਧ ਨੇ, ਜਾਂ ਇੱਕ ਦੂਸਰੇ ਦੀ ਹੈਲਪ ਕਰਨ ਦੇ ਲਈ ਇਹ ਹਮੇਸ਼ਾ ਤਿਆਰ ਰਹਿੰਦੀਆਂ ਨੇ। ਉਸ ਤੋਂ ਬਾਅਦ ਹੈ ਜਿਹੜੇ ਲੌਂਗ ਕੁਐਸਚਨ ਆਨਸਰ ਬਹੁਤ ਜ਼ਿਆਦਾ ਵਾਰ ਰਿਪੀਟ ਹੋਏ ਨੇ, ਬਹੁਤ ਜ਼ਿਆਦਾ ਐਕਸਪੈਕਟਡ ਕੁਐਸਚਨਸ ਨੇ ਇਸ ਚੈਪਟਰ ਦੇ ਵਿੱਚੋਂ। ਮੋਸਟਲੀ ਜਿਹੜੇ ਕੁਐਸਚਨਸ ਨੇ 3 ਕੁਐਸਚਨ ਬਣਦੇ ਆ ਜਿਹੜੇ ਕਿ ਪੇਪਰ ਦੇ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸਿਸ ਨੇ। ਫਸਟ ਹੈ ਵਟ ਇਜ਼ ਦੀ ਇੰਪੈਕਟ ਆਫ ਦੀ ਇੰਡੀਅਨ ਜੋਗ੍ਰਾਫੀਕਲ ਲੋਕੇਸ਼ਨ, ਇਟਸ ਸਿਕਿਉਰਿਟੀ, ਕਲਾਈਮੇਟ, ਟ੍ਰੇਡ ਐਂਡ ਕਲਚਰ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਲੌਂਗ ਕੁਐਸਚਨ ਆ। ਜੇਕਰ ਕਿਸੇ ਬੱਚੇ ਨੂੰ ਇਸ ਲੌਂਗ ਕੁਐਸਚਨ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤਾਂ ਉਹਦੀ ਐਕਸਪਲੇਨੇਸ਼ਨ ਵੀ ਮੈਂ ਤੁਹਾਨੂੰ ਦਊਂਗਾ ਨੈਕਸਟ ਵੀਡੀਓ ਦੇ ਵਿੱਚ। ਜੇਕਰ ਤੁਹਾਨੂੰ ਲੋੜ ਹੋਈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ। ਉਸ ਤੋਂ ਬਾਅਦ ਹੈ ਇੰਡੀਆ ਇਜ਼ ਦੀ ਕੰਟਰੀ ਆਫ ਦੀ ਡਾਈਵਰਸਿਟੀਜ਼, ਐਕਸਪਲੇਨ ਦੀ ਸਟੇਟਮੈਂਟ। ਵੀ ਇੰਡੀਆ ਕੀ ਆ, ਇੱਕ ਕੰਟਰੀ ਆ ਜਿੱਥੇ ਕਿ ਬਹੁਤ ਸਾਰੀਆਂ ਵਿਭਿੰਨਤਾਵਾਂ ਮਿਲਦੀਆਂ ਨੇ, ਇਹਨੂੰ ਐਕਸਪਲੇਨ ਕਰਨਾ ਇਸ ਸਟੇਟਮੈਂਟ ਨੂੰ। ਥਰਡ ਕੁਐਸਚਨ ਹੈਗਾ ਵਿਚ ਫੈਕਟਰ ਆਰ ਦੀ ਰਿਸਪੋਂਸੀਬਲ ਟੂ ਮੇਨਟੇਨ ਦੀ ਇੰਡੀਆ ਯੂਨਿਟੀ ਇਨ ਡਾਇਵਰਸਿਟੀਜ਼। ਕਿਹੜੇ ਜਿਹੇ ਫੈਕਟਰ ਨੇ ਜਿਹੜਾ ਇੰਡੀਆ ਦੀ ਅਨੇਕਤਾ ਵਿੱਚ ਏਕਤਾ ਦਿਖਾਉਂਦੀਆਂ ਨੇ, ਜਾਂ ਵਿਭਿੰਨਤਾ ਦੇ ਵਿੱਚ ਏਕਤਾ ਦਿਖਾਉਂਦੀਆਂ ਨੇ, ਉਹਦੇ ਵਿੱਚ ਤੁਸੀਂ ਦੱਸਣਾ ਵਾ ਕਿਹੜੇ ਇਹੋ ਜਿਹੇ ਫੈਕਟਰਸ ਨੇ ਜਿਹਦੇ ਕਰਕੇ ਇੰਡੀਆ ਕੀ ਆ, ਭਾਵੇਂ ਉੱਥੇ ਕੀ ਨੇ ਲੋਕਾਂ ਦੇ ਵਿੱਚ ਡਿਫਰੈਂਟ ਚੀਜ਼ਾਂ ਹੈਗੀਆਂ ਨੇ, ਬਟ ਫਿਰ ਵੀ ਉਹ ਕੀ ਨੇ ਇੱਕ ਦੇਸ਼ ਜਾਂ ਇੱਕ ਕੰਟਰੀ ਦੀ ਤਰੀਕੇ ਨਾਲ ਬਿਹੇਵ ਕਰਦੇ ਨੇ, ਉਸ ਚੀਜ਼ ਦੇ ਬਾਰੇ ਤੁਸੀਂ ਦੱਸਣਾ ਵਾ।
ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਊਗਾ। ਜੇਕਰ ਵਧੀਆ ਲੱਗਿਆ, ਕਿਉਂਕਿ ਇਹ ਰਿਵੀਜ਼ਨ ਨੋਟਸ ਸੀਗੇ ਜਿਹੜੇ ਕਿ ਮੈਂ ਕਲਾਸ 10th ਦੇ ਲਈ ਐਗਜ਼ਾਮ ਪੈਟਰਨ ਦੇ ਨਿਊ ਸੋਸ਼ਲ ਸਟੱਡੀਜ਼ ਦੇ ਲਈ ਲੈ ਕੇ ਆਏ ਨੇ, ਤਾਂ ਜੋ ਕਿ ਅਸੀਂ 100% ਮਾਰਕਸ ਜਿਹੜੇ ਨੇ ਉਹ ਅਚੀਵ ਕਰ ਸਕੀਏ। ਅਤੇ ਤੁਸੀਂ ਸਾਰਿਆਂ ਨੇ ਇਸੇ ਤਰੀਕੇ ਨਾਲ ਮੇਰੇ YouTube ਚੈਨਲ ਦੇ ਨਾਲ ਜੁੜੇ ਰਹਿਣਾ ਵਾ। ਜੇਕਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆਏਗੀ ਤਾਂ ਮੈਨੂੰ ਦੱਸਦੇ ਰਹਿਣਾ, ਤਾਂ ਜੋ ਕੀ ਆ ਮੈਂ ਤੁਹਾਡੇ ਲਈ ਨਵੀਂ ਹੋਰ ਵੀਡੀਓ ਬਣਾ ਸਕਾਂ ਅਤੇ ਤੁਹਾਨੂੰ ਵੀ ਹੋਰ ਜ਼ਿਆਦਾ ਵਧੀਆ ਕੁਆਲਿਟੀ ਦੇ ਜਿਹੜੀ ਐਜੂਕੇਸ਼ਨ ਆ ਉਹ ਪ੍ਰੋਵਾਈਡ ਕਰ ਸਕਾਂ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ ਐਂਡ ਸਟੇ ਗੁੱਡ, ਸਟੇ ਹੈਪੀ ਐਂਡ ਆਲਸੋ subscribe my channel. Just do it for bright future and share with others. Thanks a lot watching for my session.